ਦੁਨੀਆ ਦੇ ਲਗਭਗ ਸਾਰੇ ਦੇਸ਼ ਆਪਣੇ ਦੇਸ਼ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਦੇ ਹਨ। ਸੁਰੱਖਿਆ ਦੇ ਨਜ਼ਰੀਏ ਤੋਂ ਸਾਰੇ ਦੇਸ਼ਾਂ ਕੋਲ ਖੁਫੀਆ ਏਜੰਸੀਆਂ ਹੁੰਦੀਆਂ ਹਨ, ਜਿਵੇਂ ਕਿ ਇਜ਼ਰਾਈਲ ਦੀ ਮੋਸਾਦ ਏਜੰਸੀ, USA ਦੀ ਸੈਂਟਰਲ ਇੰਟੈਲੀਜੈਂਸ ਏਜੰਸੀ। ਇਸੇ ਤਰ੍ਹਾਂ ਭਾਰਤ ਦੀ ਖੁਫੀਆ ਏਜੰਸੀ ਰॉ ਹੈ। ਭਾਰਤੀ ਖੁਫੀਆ ਏਜੰਸੀ ਰॉ ਦੇ ਕੰਮ ਕਰਨ ਦਾ ਤਰੀਕਾ ਹਮੇਸ਼ਾ ਹੀ ਲੋਕਾਂ ਦੇ ਜਿਗਿਆਸਾ ਦਾ ਮੁੱਦਾ ਰਿਹਾ ਹੈ। ਦੂਜੇ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਖੁਫੀਆ ਏਜੰਸੀ ਬਣਾਈ ਗਈ ਹੈ, ਜਿਸ ਨੂੰ ਰॉ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਸਾਡੇ ਦੇਸ਼ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਕੰਮ ਕਰਦੇ ਹਨ। ਇਸੇ ਤਰ੍ਹਾਂ ਰॉ ਕੌਮੀ ਹਿੱਤਾਂ ਨਾਲ ਸੰਬੰਧਿਤ ਸੂਚਨਾਵਾਂ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਦੀ ਹੈ ਅਤੇ ਦੇਸ਼ ਵਿਰੁੱਧ ਸਾਜ਼ਿਸ਼ਾਂ ਬਾਰੇ ਜਾਣਕਾਰੀ ਇਕੱਠੀ ਕਰਦੀ ਹੈ। ਇਹ ਉਹ ਏਜੰਸੀਆਂ ਹਨ ਜੋ ਦੇਸ਼ ਦੀ ਅੰਦਰਲੀ ਅਤੇ ਬਾਹਰੀ ਸੁਰੱਖਿਆ ਲਈ ਬਣਾਈਆਂ ਗਈਆਂ ਹਨ। ਉਹ ਖੁਫੀਆ ਜਾਣਕਾਰੀ ਅਤੇ ਆਉਣ ਵਾਲੇ ਖਤਰੇ ਬਾਰੇ ਪਤਾ ਲਗਾਉਂਦੇ ਰਹਿੰਦੇ ਹਨ। ਰॉ ਦਾ ਪੂਰਾ ਨਾਮ ਹੈ ਰਿਸਰਚ ਐਂਡ ਐਨਾਲਿਸਿਸ ਵਿੰਗ। ਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਰॉ ਦਾ ਖੌਫ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਵੀ ਹੈ? ਇਹ ਜਾਣਨ ਤੋਂ ਪਹਿਲਾਂ ਤੁਹਾਡਾ ਰॉ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਕਿਵੇਂ ਹੋਈ ਇਸ ਦੀ ਸ਼ੁਰੂਆਤ, ਕਿਵੇਂ ਚੁਣੇ ਜਾਂਦੇ ਹਨ ਰॉ ਦੇ ਏਜੰਟ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਤੁਹਾਨੂੰ ਇਸ ਵੀਡੀਓ 'ਚ ਦੇਣ ਦੀ ਕੋਸ਼ਿਸ਼ ਕਰਾਂਗੇ। ਨਮਸਤੇ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ। ਮੈਂ ਹਾਂ ਸ਼ਿਵਾਨੀ ਅਰੋੜਾ। ਸਭ ਤੋਂ ਪਹਿਲਾ ਸਵਾਲ, ਰॉ ਦੀ ਸ਼ੁਰੂਆਤ ਕਦੋਂ ਅਤੇ ਕਿਸ ਨੇ ਕੀਤੀ ਸੀ? ਦੱਸ ਦਈਏ ਕਿ ਭਾਰਤ ਦੀ ਖੁਫੀਆ ਏਜੰਸੀ ਰॉ ਹੈ। ਇਸ ਏਜੰਸੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰॉ ਏਜੰਟ ਕਿਹਾ ਜਾਂਦਾ ਹੈ। ਸੁਰੱਖਿਆ ਦੇ ਨਜ਼ਰੀਏ ਤੋਂ ਰॉ ਏਜੰਟ ਦਾ ਕੰਮ ਬਹੁਤ ਮੁਸ਼ਕਿਲ ਅਤੇ ਮਹੱਤਵਪੂਰਨ ਕੰਮ ਹੁੰਦਾ ਹੈ। ਦਰਅਸਲ ਭਾਰਤ ਵਿੱਚ ਰॉ ਏਜੰਸੀ ਦਾ ਗਠਨ 1968 ਵਿੱਚ ਚੀਨ ਅਤੇ ਪਾਕਿਸਤਾਨ ਵਿੱਚ ਜਾਸੂਸੀ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ, ਤਾਂ ਜੋ ਭਾਰਤ ਦੀ ਏਕਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਜਦੋਂ ਇਸ ਦਾ ਗਠਨ ਹੋਇਆ ਤਾਂ ਰਾਮੇਸ਼ਵਰ ਨਾਥ ਕਾਓ ਨੂੰ ਇਸ ਦਾ ਪਹਿਲਾ ਮੁਖੀ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਨੇ ਲਗਭਗ 9 ਸਾਲਾਂ ਤੱਕ ਰॉ ਵਿੱਚ ਸੇਵਾ ਕੀਤੀ। ਇਸ ਤੋਂ ਇਲਾਵਾ 250 ਹੋਰ ਰਿਸਰਚਰਸ ਨੂੰ ਵੀ ਇਸ ਵਿੱਚ ਭਰਤੀ ਕੀਤਾ ਗਿਆ ਸੀ। ਸਾਲ 1971 ਤੱਕ ਇਸ ਵਿੱਚ ਭਰਤੀ ਹੋਣਾ ਕਾਫੀ ਹੱਦ ਤੱਕ ਆਸਾਨ ਸੀ, ਪਰ 1973 ਤੋਂ ਬਾਅਦ ਇਸ ਵਿੱਚ ਸ਼ਾਮਿਲ ਹੋਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਲੱਗ ਪਿਆ ਸੀ। ਜ਼ਾਹਿਰ ਜਿਹੀ ਗੱਲ ਹੈ, ਜੇ ਤੁਸੀਂ ਦੇਸ਼ ਦੀ ਗੁਪਤ ਜਾਣਕਾਰੀ ਨੂੰ ਦੂਜੇ ਦੇਸ਼ਾਂ ਤੱਕ ਪਹੁੰਚਾਉਣ ਤੋਂ ਰੋਕ ਰਹੇ ਹੋ ਤਾਂ ਟੀਮ ਵੀ ਤਾਂ ਸਖਤ ਹੋਣੀ ਚਾਹੀਦੀ ਹੈ। ਆਖਿਰ ਇਹ ਰॉ ਏਜੰਟ ਦੇ ਕੰਮ ਹੁੰਦੇ ਕੀ ਹਨ? ਦੱਸ ਦਈਏ ਕਿ ਰॉ ਦੇ ਏਜੰਟ ਵਿਦੇਸ਼ੀ ਧਰਤੀ ਤੇ ਭਾਰਤ ਦੇ ਹਿੱਤਾਂ ਨਾਲ ਸੰਬੰਧਿਤ ਖੁਫੀਆ ਜਾਣਕਾਰੀ ਇਕੱਠੇ ਕਰਦੇ ਹਨ। ਰॉ ਦੇ ਏਜੰਟ ਅਤਿਵਾਦੀ ਗਤੀਵਿਧੀਆਂ ਨੂੰ ਰੋਕਣ ਅਤੇ ਅਤਿਵਾਦੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਮਦਦ ਕਰਦੇ ਹਨ। ਰॉ ਦੇ ਏਜੰਟ ਭਾਰਤ ਦੀ ਵਿਦੇਸ਼ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਵੀ ਮਦਦ ਕਰਦੇ ਹਨ। ਇਹ ਭਾਰਤ ਦੇ ਹਿੱਤਾਂ ਨੂੰ ਖਤਰੇ ਵਿੱਚ ਪਾਉਣ ਵਾਲੀ ਕਿਸੇ ਵੀ ਗਤੀਵਿਧੀ ਨੂੰ ਰੋਕਣ ਲਈ ਕੰਮ ਕਰਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਰॉ 3 ਤਰੀਕਿਆਂ ਨਾਲ ਗੁਪਤ ਜਾਣਕਾਰੀ ਦਾ ਐਨਾਲਿਸਿਸ ਕਰਦੇ ਹਨ। ਪਹਿਲਾ, ਹਿਊਮਨ ਇੰਟੈਲੀਜੈਂਸ, ਜਿਸ ਦਾ ਮਤਲਬ ਹੈ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਨਾ। ਦੂਜਾ, ਸਿਗਨਲ ਇੰਟੈਲੀਜੈਂਸ, ਇਲੈਕਟ੍ਰੋਨਿਕ ਸਿਗਨਲਾਂ ਨੂੰ ਇਕੱਠਾ ਕਰਨਾ ਅਤੇ ਉਹਨਾਂ ਦਾ ਵਿਸ਼ਲੇਸ਼ਣ ਕਰਨਾ। ਤੀਜਾ, ਓਪਨ ਸੋਰਸ ਇੰਟੈਲੀਜੈਂਸ, ਜਨਤਕ ਤੌਰ ਤੇ ਉਪਲਬਧ ਜਾਣਕਾਰੀ ਦਾ ਵਿਸ਼ਲੇਸ਼ਣ ਕਰਨਾ, ਮਤਲਬ ਜਿਹੜੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਹੈ ਉਸ ਨੂੰ ਹੋਰ ਚੰਗੀ ਤਰੀਕੇ ਨਾਲ ਸਮਝਣਾ। ਹੁਣ ਤਾਂ ਤੁਹਾਨੂੰ ਰॉ ਬਾਰੇ ਥੋੜੀ ਜਾਣਕਾਰੀ ਮਿਲ ਹੀ ਗਈ ਹੋਵੇਗੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਨੂੰ ਬਣਾਉਣ ਦਾ ਮਕਸਦ ਕੀ ਸੀ। ਦਰਅਸਲ ਇਸ ਸੰਗਠਨ ਦਾ ਉਦੇਸ਼ ਪਾਕਿਸਤਾਨ ਅਤੇ ਚੀਨ ਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਪੂਰਬੀ ਪਾਕਿਸਤਾਨ, ਜਿਹਨੂੰ ਹੁਣ ਬੰਗਲਾਦੇਸ਼ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਇਹਨਾਂ ਦੇਸ਼ਾਂ ਵਿੱਚ ਕਾਰਵਾਈ ਲਈ ਆਪਣੀ ਸਮਰੱਥਾ ਨੂੰ ਮਜ਼ਬੂਤ ਕਰਨਾ ਸੀ। ਰॉ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਹੋਰ ਉਦੇਸ਼ ਕੁਝ ਇਸ ਪ੍ਰਕਾਰ ਹਨ, ਜਿਵੇਂ ਕਿ ਨੇੜਲੇ ਦੇਸ਼ਾਂ ਵਿੱਚ ਫੌਜੀ ਅਤੇ ਰਾਜਨੀਤਿਕ ਵਿਕਾਸ ਦੀ ਨਿਗਰਾਨੀ ਕਰਨਾ, ਜ਼ਿਆਦਾਤਰ ਪਾਕਿਸਤਾਨ ਤੋਂ ਮਿਲਟਰੀ ਹਾਰਡਵੇਅਰ ਦੀ ਸਪਲਾਈ ਤੇ ਨਿਯੰਤਰਣ ਅਤੇ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਵਧਾਉਣਾ। ਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਰॉ ਨੇ 1971 ਵਿੱਚ ਬੰਗਲਾਦੇਸ਼ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਹ ਤਾਂ ਅਸੀਂ ਸਭ ਜਾਣਦੇ ਹਾਂ ਕਿ ਬੰਗਲਾਦੇਸ਼ ਨੂੰ ਇੱਕ ਆਜ਼ਾਦ ਦੇਸ਼ ਬਣਾਉਣ ਵਿੱਚ ਭਾਰਤ ਦੀ ਅਹਿਮ ਭੂਮਿਕਾ ਰਹੀ ਹੈ। ਫਿਰ ਵੀ ਭਾਰਤੀ ਹਿੰਦੂਆਂ ਨਾਲ ਬੰਗਲਾਦੇਸ਼ ਵਿੱਚ ਕੀ ਕੀਤਾ ਜਾ ਰਿਹਾ ਹੈ, ਇਹ ਤਾਂ ਛੁਪਾਉਣ ਵਾਲੀ ਗੱਲ ਹੈ ਹੀ ਨਹੀਂ। ਖੈਰ, ਸਾਡੀ ਖੁਫੀਆ ਏਜੰਸੀ ਰॉ ਨੇ ਬੰਗਲਾਦੇਸ਼ ਨੂੰ ਸਿਖਲਾਈ, ਖੁਫੀਆ ਜਾਣਕਾਰੀ ਅਤੇ ਗੋਲਾ ਬਾਰੂਦ ਮੁਹੱਈਆ ਕਰਵਾ ਕੇ ਸਮਰਥਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਰॉ ਦੁਆਰਾ ਬੰਗਲਾਦੇਸ਼ ਵਿੱਚ ਪਾਕਿਸਤਾਨੀ ਫੌਜਾਂ ਦੀ ਆਵਾਜਾਈ ਵਿੱਚ ਵੀ ਰੁਕਾਵਟ ਪਾਈ ਗਈ ਸੀ ਅਤੇ ਅੰਤ ਵਿੱਚ ਬੰਗਲਾਦੇਸ਼ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਸੀ। ਪਰ ਇਸ ਦਾ ਕੀ ਫਾਇਦਾ? ਇੱਕ ਸਮਾਂ ਆਉਣ ਤੇ ਤਾਂ ਆਪਣੇ ਲੋਕ ਵੀ ਧੋਖਾ ਦੇ ਜਾਂਦੇ ਹਨ। ਇਹ ਤਾਂ ਫਿਰ ਵੀ ਦੇਸ਼ਾਂ ਦੀ ਗੱਲ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਭਾਰਤ ਦੀ ਖੁਫੀਆ ਏਜੰਸੀ ਰॉ ਕਿਵੇਂ ਬਣੀ ਪਾਕਿਸਤਾਨ ਲਈ ਖਤਰਾ। ਦਰਅਸਲ ਸਮੇਂ-ਸਮੇਂ ਤੇ ਪਾਕਿਸਤਾਨ ਦੀਆਂ ਸਰਕਾਰਾਂ ਭਾਰਤ ਦੇ ਨਾਂ ਤੋਂ ਡਰਦੀਆਂ ਰਹਿੰਦੀਆਂ ਹਨ ਅਤੇ ਜਦੋਂ ਤੋਂ ਭਾਰਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜ ਹੈ, ਪਾਕਿਸਤਾਨ ਵੱਲੋਂ ਭਾਰਤ ਤੇ ਸਿੱਧੇ ਤੌਰ ਤੇ ਹਮਲਾ ਕਰਨ ਦੇ ਨਾਲ-ਨਾਲ ਭਾਰਤ ਨੂੰ ਧਮਕੀਆਂ ਦੇਣੀ ਵੀ
ਲਗਭਗ ਬੰਦ ਹੋ ਗਈਆਂ ਹਨ। ਮੌਜੂਦਾ ਸਮੇਂ 'ਚ ਰੌ ਤੋਂ ਡਰ ਪਾਕਿਸਤਾਨ 'ਚ ਪਨਾਹ ਲੈਣ ਵਾਲੇ ਅਤਵਾਦੀਆਂ ਦੇ ਨਾਲ-ਨਾਲ ਸਰਕਾਰ, ਪਾਕਿਸਤਾਨੀ ਫੌਜ ਅਤੇ ਪੁਲਿਸ ਨੂੰ ਹੈ। ਸਿਰਫ ਇੰਨਾ ਹੀ ਨਹੀਂ, ਇਸ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਇਸਲਾਮਾਬਾਦ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਸੀ, ਜਿਸ ਵਿੱਚ ਫੌਜ, ISI, ਰੇਂਜਰ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਕੁਝ ਸੀਨੀਅਰ ਸਿਵਲ ਅਧਿਕਾਰੀਆਂ ਨੇ ਹਿੱਸਾ ਲਿਆ ਸੀ। ਮੀਟਿੰਗ ਵਿੱਚ ਗ੍ਰਹਿ ਮੰਤਰੀ ਨੇ ਅਧਿਕਾਰੀਆਂ ਦੇ ਸਾਹਮਣੇ ਭਾਰਤੀ ਏਜੰਸੀ ਰੌ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਬਾਰੇ ਚਰਚਾ ਕੀਤੀ ਸੀ ਅਤੇ ਅਧਿਕਾਰੀਆਂ ਤੋਂ ਰੌ ਕੋਲੋਂ ਬਚਣ ਲਈ ਸੁਝਾਅ ਵੀ ਮੰਗੇ ਸਨ। ਰੌ ਤੋਂ ਪਾਕਿਸਤਾਨ ਦਾ ਖੌਫ ਤਾਂ ਤੁਹਾਨੂੰ ਸਾਫ਼ ਹੀ ਦਿਸ ਰਿਹਾ ਹੈ। ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 1984 ਵਿੱਚ ਰੌ ਨੇ ਪਾਕਿਸਤਾਨ ਬਾਰੇ ਸੂਚਿਤ ਕੀਤਾ ਕਿ ਉਹ ਆਪਰੇਸ਼ਨ ਅਬਾਬਿਲ ਦੇ ਇੱਕ ਹਿੱਸੇ ਵਜੋਂ ਸਲਟੋਰੋ ਰਿਜ ਉੱਤੇ ਕਬਜ਼ਾ ਕਰਨ ਲਈ ਸਿਆਚੀਨ ਗਲੇਸ਼ੀਅਰ ਵਿੱਚ ਘੁਸਪੈਠ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਲਈ ਭਾਰਤੀ ਫੌਜ ਨੇ ਆਪਰੇਸ਼ਨ ਮੇਘਦੂਤ ਸ਼ੁਰੂ ਕੀਤਾ। ਲਗਭਗ 300 ਸੈਨਿਕ ਉੱਥੇ ਤੈਨਾਤ ਕੀਤੇ ਗਏ। ਸਿਰਫ ਇਹ ਨਹੀਂ, ਬਲਕਿ ਭਾਰਤ ਦੇ ਕਈ ਵੱਡੇ ਆਪਰੇਸ਼ਨ ਵਿੱਚ ਰੌ ਦਾ ਸ਼ੁਰੂ ਤੋਂ ਹੀ ਵੱਡਾ ਹੱਥ ਰਿਹਾ ਹੈ। ਰੌ ਦੀਆਂ ਵੱਡੀਆਂ ਕਹਾਣੀਆਂ ਵਿੱਚੋਂ ਭਾਰਤੀ ਏਜੰਟ ਰਵਿੰਦਰ ਕੌਸ਼ਿਕ ਦਾ ਵੀ ਵੱਡਾ ਨਾਂ ਹੈ, ਜਿਨ੍ਹਾਂ ਨੂੰ ਬਲੈਕ ਟਾਈਗਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਜੀ ਹਾਂ, ਰਵਿੰਦਰ ਕੌਸ਼ਿਕ ਇੱਕ ਮਸ਼ਹੂਰ ਥੀਏਟਰ ਕਲਾਕਾਰ ਸੀ ਅਤੇ ਉਹਨਾਂ ਨੂੰ 1975 ਵਿੱਚ ਰੌ ਦੇ ਅਧਿਕਾਰੀਆਂ ਨੇ ਜਾਸੂਸੀ ਵਜੋਂ ਪਾਕਿਸਤਾਨ ਭੇਜਿਆ ਸੀ, ਜਿੱਥੇ ਉਹ ਪਾਕਿਸਤਾਨੀ ਫੌਜ ਵਿੱਚ ਭਰਤੀ ਹੋਣ ਵਿੱਚ ਕਾਮਯਾਬ ਹੋ ਗਏ ਸਨ ਅਤੇ ਮੇਜਰ ਦੇ ਅਹੁਦੇ ਤੱਕ ਪਹੁੰਚ ਗਏ ਸਨ। ਉਹਨਾਂ ਨੇ ਖੂਫੀਆ ਏਜੰਸੀਆਂ ਨੂੰ ਕੀਮਤੀ ਜਾਣਕਾਰੀ ਭੇਜ ਕੇ ਹਜ਼ਾਰਾਂ ਭਾਰਤੀਆਂ ਦੀ ਜਾਨਾਂ ਬਚਾਈਆਂ ਸਨ। ਇਸ ਲਈ ਰੌ ਦੁਆਰਾ ਉਹਨਾਂ ਨੂੰ ਬਲੈਕ ਟਾਈਗਰ ਦਾ ਖਿਤਾਬ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਆਪਰੇਸ਼ਨ ਕੈਕਟਸ, ਕਾਰਗਿਲ ਯੁੱਧ ਅਤੇ ਹੋਰ ਵੀ ਕਈ ਆਪਰੇਸ਼ਨਸ 'ਚ ਰੌ ਨੇ ਭਾਰਤ ਲਈ ਅਹਿਮ ਭੂਮਿਕਾ ਨਿਭਾਈ ਹੈ, ਜੋ ਸ਼ਾਇਦ ਇੱਕ ਵੀਡੀਓ 'ਚ ਤੁਹਾਨੂੰ ਦੱਸ ਪਾਉਣਾ ਨਾ ਸੌਖਾ ਨਹੀਂ ਹੈ। ਖੈਰ, ਇਹ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਇਦਾਂ ਦੀ ਹੀ ਹੋਰ ਜਾਣਕਾਰੀ ਅਸੀਂ ਤੁਹਾਡੇ ਨਾਲ ਰਿਤਮ ਪੰਜਾਬੀ ਤੇ ਸਾਂਝੀ ਕਰਦੇ ਰਹਾਂਗੇ। ਧੰਨਵਾਦ।